ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕਹਾਣੀ ਇੱਕ ਵੀਰ ਵੱਲੋਂ ਦੱਸੀ ਗਈ ਉਸਦੀ ਹੱਡ ਬੀਤੀ ਸੱਚੀ ਕਹਾਣੀ ਹੈ। ਕਹਾਣੀ ਕੇ ਸੁਣ ਤੁਹਾਡੇ ਕੇ ਰੌਂਗਟੇ ਖੜੇ ਹੋ ਜਾਣਗੇ। ਅੱਗੇ ਕਹਾਣੀ ਮੈਂ ਤੁਹਾਨੂੰ ਉਸੇ ਤਰ੍ਹਾਂ ਸੁਣਾਵਾਂਗੀ ਜਿਵੇਂ ਉਸ ਵੀਰ ਨੇ ਦੱਸੀ ਹੈ। ਮੈਂ ਪੇਸ਼ੇ ਤੋਂ ਇੱਕ ਸਰਕਾਰੀ ਇੰਜੀਨੀਅਰ ਸੀ। ਮੇਰਾ ਵਿਆਹ ਹੋਏ ਨੂੰ 3 ਸਾਲ ਹੋ ਗਏ ਸਨ। ਮੇਰਾ ਵਿਆਹ ਮਾਪਿਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ, ਕਿਉਂਕਿ ਸਾਡੇ ਖਾਨਦਾਨ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਦਾ ਕਿਸੇ ਨੂੰ ਕੋਈ ਹੱਕ ਨਹੀਂ ਸੀ ਤੇ ਮੈਂ ਵੀ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤ ਸੀ ਤੇ ਮੈਂ ਆਪਣੇ ਮਾਪਿਆਂ ਦੀ ਪਸੰਦ ਨਾਲ ਹੀ ਵਿਆਹ ਕਰਿਆ ਸੀ। ਮੇਰੀ ਪਤਨੀ ਇੱਕ ਬਹੁਤ ਹੀ ਚੰਗੇ ਖਾਨਦਾਨ ਤੋਂ ਸੀ। ਉਸ ਦਾ ਸੁਭਾਅ ਬਹੁਤ ਵਧੀਆ ਸੀ ਅਤੇ ਉਸ ਦੇ ਬਹੁਤ ਵਧੀਆ ਗੁਣ ਸਨ। ਮੇਰੀ ਪਤਨੀ ਇੱਕ ਚੰਗੀ ਪਤਨੀ ਹੋਣ ਦੇ ਨਾਲ-ਨਾਲ ਇੱਕ ਵਧੀਆ ਮਾਂ ਵੀ ਸੀ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੀ ਸੀ ਤੇ ਮੇਰੇ ਘਰ ਨੂੰ ਉਸਨੇ ਸਵਰਗ ਬਣਾ ਕੇ ਰੱਖਿਆ ਸੀ। ਮੇਰੀ ਘਰਵਾਲੀ ਦਾ ਨਾਮ ਨੀਲੂ ਸੀ। ਸਾਡੇ ਇੱਕ ਬੇਟਾ ਸੀ ਤੇ ਮੇਰਾ ਬੇਟਾ 2 ਸਾਲਾਂ ਦਾ ਹੋਣ ਵਾਲਾ ਸੀ। ਇੱਕ ਦਿਨ ਜਦੋਂ ਮੈਂ ਦਫ਼ਤਰ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਮੇਰੀ ਪਤਨੀ ਦੀ ਭੈਣ ਜਾਣੀ ਕਿ ਮੇਰੀ ਸਾਲੀ ਸਾਡੇ ਘਰ ਵਿੱਚ ਆਈ ਹੋਈ ਸੀ। ਉਹਦੀ ਉਮਰ 20 ਕੁ ਸਾਲ ਦੀ ਹੋਵੇਗੀ। ਉਹਦਾ ਨਾਮ ਅੰਜਲੀ ਸੀ। ਉਹ ਦੇਖਣ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਸੀ। ਮੇਰੀ ਪਤਨੀ ਮੇਰੇ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਜਦੋਂ ਉਹ ਚਾਹ ਲੈ ਕੇ ਆਈ ਤਾਂ ਅਸੀਂ ਇਕੱਠਿਆਂ ਨੇ ਬੈਠ ਕੇ ਚਾਹ ਪੀਤੀ ਤਾਂ ਮੇਰੀ ਪਤਨੀ ਨੇ ਦੱਸਿਆ ਕਿ ਅੰਜਲੀ ਨੂੰ ਕਾਲਜ ਤੋਂ ਛੁੱਟੀਆਂ ਹਨ। ਉਹ ਛੁੱਟੀਆਂ ਹੋਣ ਕਰਕੇ ਉਹ ਸਾਡੇ ਘਰ ਸਾਡੇ ਨਾਲ ਹੀ ਰਹੇਗੀ, ਨਾਲੇ ਕੰਮ ਵਿੱਚ ਮੇਰੀ ਮਦਦ ਹੋ ਜਾਵੇਗੀ, ਕਿਉਂਕਿ ਮੇਰੀ ਪਤਨੀ ਘਰ ਵਿੱਚ ਇਕੱਲੀ ਹੀ ਹੁੰਦੀ ਸੀ। ਉਹਨੇ ਕੋਈ ਵੀ ਨੌਕਰਾਨੀ ਨਹੀਂ ਸੀ ਰੱਖੀ ਤੇ ਸਾਰਾ ਘਰ ਦਾ ਕੰਮ ਆਪ ਹੀ ਕਰਦੀ ਸੀ। ਉਧਰੋਂ ਨੇੜੇ ਦੀਵਾਲੀ ਆਉਣ ਵਾਲੀ ਸੀ। ਦੀਵਾਲੀ ਕਰਕੇ ਉਸਨੇ ਆਪਣੀ ਭੈਣ ਨੂੰ ਬੁਲਾ ਲਿਆ ਸੀ ਕਿ ਉਹ ਮੇਰੇ ਬੇਟੇ ਦੀ ਸਾਂਭ ਸੰਭਾਲ ਕਰ ਲਿਆ ਕਰੇਗੀ ਤੇ ਮੈਂ ਘਰ ਦੇ ਕੰਮਕਾਜ ਕਰ ਲਿਆ ਕਰਾਂਗੀ। ਅਸੀਂ ਜਦੋਂ ਚਾਹ ਪੀ ਰਹੇ ਸੀ ਤਾਂ ਅੰਜਲੀ ਮੇਰੇ ਵੱਲ ਵਾਰ-ਵਾਰ ਦੇਖ ਰਹੀ ਸੀ। ਮੈਂ ਵੀ ਉਸ ਨੂੰ 1-2 ਵਾਰ ਦੇਖਿਆ, ਪਰ ਉਸ ਦੇ ਦੇਖਣ ਦਾ ਅੰਦਾਜ਼ ਕੁਝ ਵੱਖਰਾ ਸੀ। ਮੈਂ ਪਹਿਲਾਂ ਕਦੇ ਵੀ ਆਪਣੇ ਸਹੁਰੇ ਘਰ ਵਿੱਚ ਰਾਤ ਨਹੀਂ ਸੀ ਰਿਹਾ, ਕਿਉਂਕਿ ਘਰ ਵਿੱਚ ਹੋਰ ਕੋਈ ਨਹੀਂ ਸੀ। ਮੈਂ ਨੌਕਰੀ ਕਰਕੇ ਸ਼ਹਿਰ ਵਿੱਚ ਰਹਿੰਦਾ ਸੀ ਤੇ ਮੇਰੇ ਮਾਂ-ਬਾਪ ਪਿੰਡ ਵਿੱਚ ਰਹਿੰਦੇ ਸਨ। ਇਸ ਕਰਕੇ ਮੈਂ ਕਦੇ ਵੀ ਆਪਣੇ ਸਹੁਰੇ ਘਰ ਰਾਤ ਨਹੀਂ ਸੀ ਰਿਹਾ। ਮੈਂ ਆਪਣੀ ਸਾਲੀ ਨਾਲ ਵੀ ਜ਼ਿਆਦਾ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰੀ, ਕਿਉਂਕਿ ਉਹ ਵੀ ਹਾਸਟਲ ਵਿੱਚ ਪੜ੍ਹਦੀ ਸੀ ਤੇ ਜਦੋਂ ਵੀ ਮੈਂ ਜਾਂਦਾ ਸੀ ਤਾਂ ਉਹ ਬਹੁਤ ਘੱਟ ਘਰ ਵਿੱਚ ਹੁੰਦੀ ਸੀ। ਹੁਣ ਤੇ ਛੁੱਟੀਆਂ ਦੇ ਕਰਕੇ ਉਹ ਸਾਡੇ ਘਰ ਆਈ ਹੋਈ ਸੀ। ਜਦੋਂ ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੀ ਸੀ ਤਾਂ ਮੈਂ ਵੀ ਆਪਣੀ ਪਤਨੀ ਤੋਂ ਅੱਖ ਚੁਰਾਉਂਦੇ ਹੋਏ ਆਪਣੀ ਸਾਲੀ ਨੂੰ 1-2 ਵਾਰ ਦੇਖਿਆ। ਮੈਨੂੰ ਦਿਨ ਦੇ ਵਿੱਚ ਦਫ਼ਤਰ ਵਿੱਚ ਬਹੁਤ ਜ਼ਿਆਦਾ ਕੰਮ ਸੀ, ਇਸ ਕਰਕੇ ਮੈਂ ਬਹੁਤ ਥੱਕਿਆ ਹੋਇਆ ਸੀ ਤਾਂ ਮੈਨੂੰ ਬੈੱਡ ਤੇ ਲੇਟਦੇ ਸਾਰ ਹੀ ਨੀਂਦ ਆ ਗਈ। ਅਜੇ ਮੇਰੀ ਪਤਨੀ ਤੇ ਮੇਰੀ ਸਾਲੀ ਰਸੋਈ ਵਿੱਚ ਹੀ ਕੰਮ ਕਰ ਰਹੀਆਂ ਸਨ, ਪਰ ਮੈਂ ਜਲਦੀ ਹੀ ਸੌਂ ਗਿਆ। ਜਦੋਂ ਸਵੇਰ ਹੋਈ ਤਾਂ ਮੇਰੀ ਸਾਲੀ ਮੇਰੇ ਲਈ ਬੈੱਡ ਟੀ ਲੈ ਕੇ ਆਈ। ਕਮਰੇ ਦੀ ਲਾਈਟ ਆਫ ਸੀ, ਕਿਉਂਕਿ ਮੇਰਾ ਬੇਟਾ ਜ਼ਿਆਦਾ ਰੌਸ਼ਨੀ ਵਿੱਚ ਨਹੀਂ ਸੀ ਸੌਂਦਾ। ਇਸ ਕਰਕੇ ਕਮਰੇ ਦੀਆਂ ਲਾਈਟਾਂ ਬੰਦ ਸਨ ਤੇ ਪਰਦੇ ਵੀ ਲੱਗੇ ਹੋਏ ਸਨ। ਕਮਰੇ ਵਿੱਚ ਹਜੇ ਵੀ ਹਨੇਰਾ ਸੀ। ਜਦੋਂ ਮੇਰੀ ਸਾਲੀ ਚਾਹ ਲੈ ਕੇ ਆਈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੀ ਪਤਨੀ ਆਈ ਹੈ। ਮੈਂ ਹਜੇ ਨੀਂਦ ਵਿੱਚ ਸੀ। ਜਦੋਂ ਮੇਰੀ ਸਾਲੀ ਨੇ ਬੈੱਡ ਦੇ ਨਾਲ ਲੱਗਦੇ ਟੇਬਲ ਤੇ ਚਾਹ ਰੱਖਣ ਲੱਗੀ ਤਾਂ ਮੈਂ ਉਸਦੀ ਬਾਂਹ ਫੜ ਲਈ ਤੇ ਉਸਨੂੰ ਆਪਣੇ ਵੱਲ ਨੂੰ ਖਿੱਚ ਲਿਆ। ਮੇਰੀਆਂ ਅੱਖਾਂ ਬੰਦ ਸਨ। ਮੈਨੂੰ ਨਹੀਂ ਪਤਾ ਸੀ ਕਿ ਚਾਹ ਮੇਰੀ ਸਾਲੀ ਲੈ ਕੇ ਆਈ ਹੈ। ਮੇਰੀ ਪਤਨੀ ਬਾਹਰ ਪਾਠ ਪੂਜਾ ਕਰ ਰਹੀ ਸੀ ਤੇ ਮੇਰੀ ਚਾਹ ਮੇਰੀ ਪਤਨੀ ਨੇ ਆਪਣੀ ਭੈਣ ਨੂੰ ਬਣਾਉਣ ਲਈ ਕਿਹਾ ਸੀ ਤੇ ਉਹ ਚਾਹ ਬਣਾਉਣ ਤੋਂ ਬਾਅਦ ਮੇਰੇ ਲਈ ਚਾਹ ਕਮਰੇ ਵਿੱਚ ਲੈ ਆਈ ਤੇ ਉਸ ਨੂੰ ਮਜ਼ਾਕ ਵਿੱਚ ਮੈਂ ਛੇੜਨ ਲੱਗਿਆ। ਮੇਰੀਆਂ ਅੱਖਾਂ ਬੰਦ ਸਨ, ਪਰ ਜਦੋਂ ਮੈਂ ਉਸ ਦੇ ਸਰੀਰ ਨੂੰ ਹੱਥ ਲਗਾਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਮੇਰੀ ਪਤਨੀ ਨਹੀਂ। ਮੈਂ ਜਲਦੀ ਆਪਣੀਆਂ ਘਬਰਾਏ ਹੋਏ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਉਹ ਮੇਰੀ ਪਤਨੀ ਨੀਲੂ ਨਹੀਂ, ਮੇਰੀ ਸਾਲੀ ਅੰਜਲੀ ਸੀ। ਮੈਂ ਘਬਰਾਏ ਹੋਏ ਨੇ ਉਸ ਤੋਂ ਦੂਰ ਹੋ ਗਿਆ ਤੇ ਨਾਲ ਹੀ ਉਸ ਤੋਂ ਮੁਆਫੀ ਮੰਗ ਲਈ ਤੇ ਮੈਂ ਕਿਹਾ, ਅੰਜਲੀ, ਇਹ ਸਭ ਕੁਝ ਤਾਂ ਮੈਂ ਭੁਲੇਖੇ ਨਾਲ ਹੀ ਤੈਨੂੰ ਟੱਚ ਕਰ ਲਿਆ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਦੋਂ ਮੈਂ ਆਪਣੀ ਸਾਲੀ ਨੂੰ ਆਪਣੇ ਨੇੜੇ ਕਰਿਆ ਸੀ ਤਾਂ ਉਸਨੇ ਵੀ ਅੱਗੋਂ ਕੁਝ ਨਾ ਕਿਹਾ ਤੇ ਮੈਂ ਤਾਂ ਬਹੁਤ ਹੀ ਡਰ ਗਿਆ ਸੀ ਕਿ ਇਹ ਸਭ ਕੁਝ ਮੇਰੇ ਤੋਂ ਕਿਵੇਂ ਹੋ ਗਿਆ। ਪਰ ਮੇਰੀ ਸਾਲੀ ਨੇ ਆਪਣੀ ਭੈਣ ਨੂੰ ਕੁਝ ਵੀ ਨਾ ਦੱਸਿਆ।
ਉਹ ਤਾਂ ਉਲਟਿਆ ਮੱਠਾ ਜਿਹਾ ਮੁਸਕਰਾ ਕੇ ਕਮਰੇ ਤੋਂ ਬਾਹਰ ਚਲੀ ਗਈ। ਪਰ ਮੇਰੀ ਸਾਲੀ ਅੱਗੋਂ ਕੁਝ ਨਾ ਬੋਲੀ। ਮੈਨੂੰ ਤਾਂ ਡਰ ਸੀ ਕਿ ਉਹ ਮੇਰੀ ਪਤਨੀ ਨੂੰ ਇਹ ਸਭ ਕੁਝ ਦੱਸ ਦੇਵੇਗੀ, ਪਰ ਉਸਨੇ ਤਾਂ ਕੁਝ ਵੀ ਨਾ ਦੱਸਿਆ ਤੇ ਇਵੇਂ ਹੀ ਗੱਲ ਆਈ ਗਈ ਹੋ ਗਈ। ਫਿਰ ਦੂਸਰੇ ਦਿਨ ਜਦੋਂ ਮੈਂ ਦਫ਼ਤਰ ਤੋਂ ਥੋੜਾ ਜਿਹਾ ਜਲਦੀ ਘਰ ਆਇਆ ਤਾਂ ਉਸ ਟਾਈਮ ਮੇਰੀ ਪਤਨੀ ਮੇਰੇ ਬੇਟੇ ਨੂੰ ਨਾਲ ਲੈ ਕੇ ਮਾਰਕੀਟ ਗਈ ਹੋਈ ਸੀ। ਮੈਨੂੰ ਲੱਗਿਆ ਕਿ ਸ਼ਾਇਦ ਮੇਰੀ ਸਾਲੀ ਵੀ ਮੇਰੀ ਘਰਵਾਲੀ ਦੇ ਨਾਲ ਹੀ ਮਾਰਕੀਟ ਗਈ ਹੋਵੇਗੀ, ਕਿਉਂਕਿ ਘਰ ਵਿੱਚ ਤਾਂ ਕੋਈ ਨਹੀਂ ਸੀ। ਮੈਂ ਆਪਣੇ ਕਮਰੇ ਵਿੱਚ ਗਿਆ ਤੇ ਆਪਣੇ ਕੱਪੜੇ ਬਦਲਣ ਤੋਂ ਬਾਅਦ ਨਹਾਉਣ ਲਈ ਜਦੋਂ ਵਾਸ਼ਰੂਮ ਵਿੱਚ ਗਿਆ ਤਾਂ ਵਾਸ਼ਰੂਮ ਦਾ ਗੇਟ ਵੀ ਖੁੱਲ੍ਹਾ ਸੀ। ਜਿਵੇਂ ਹੀ ਮੈਂ ਵਾਸ਼ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਅੰਜਲੀ ਅੰਦਰ ਬਿਨਾਂ ਕੱਪੜਿਆਂ ਤੋਂ ਨਹਾ ਰਹੀ ਸੀ। ਉਸ ਨੂੰ ਇਸ ਹਾਲਤ ਵਿੱਚ ਦੇਖਦੇ ਹੀ ਮੈਂ ਤਾਂ ਘਬਰਾ ਗਿਆ। ਮੇਰੇ ਦਾ ਸਾਹ ਹੀ ਰੁਕ ਗਿਆ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਪਰ ਮੇਰੀ ਸਾਲੀ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਤੇ ਬੋਲੀ, ਕੀ ਗੱਲ ਹੈ ਜੀਜੂ, ਤੁਸੀਂ ਮੈਨੂੰ ਦੇਖ ਕੇ ਇਸ ਤਰ੍ਹਾਂ ਕਿਉਂ ਘਬਰਾਏ ਹੋ? ਮੈਂ ਤਾਂ ਉਸਦੀ ਖੂਬਸੂਰਤੀ ਦੇਖ ਕੇ ਸੁੰਨ ਹੋ ਗਿਆ। ਮੈਂ ਜਲਦੀ ਬਾਥਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਗਾ ਕੇ ਨਹਾਇਆ ਕਰ, ਤੇ ਮੈਂ ਉਸ ਨੂੰ ਸੌਰੀ ਕਹਿ ਕੇ ਆਪਣੇ ਕਮਰੇ ਵਿੱਚ ਆ ਗਿਆ। ਮੈਂ ਜਿਸ ਹਾਲਤ ਵਿੱਚ ਆਪਣੀ ਸਾਲੀ ਨੂੰ ਵੇਖਿਆ ਸੀ ਉਹ ਬਾਰ-ਬਾਰ ਮੇਰੇ ਅੱਖਾਂ ਦੇ ਸਾਹਮਣੇ ਸੀਨ ਆ ਰਿਹਾ ਸੀ। ਉਸ ਰਾਤ ਮੈਂ ਚੰਗੀ ਤਰ੍ਹਾਂ ਸੁੱਤਾ ਵੀ ਨਹੀਂ। ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਪਰ ਇੱਕ ਗੱਲ ਮੈਨੂੰ ਹੈਰਾਨ ਕਰਦੀ ਸੀ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਮੇਰੀ ਸਾਲੀ ਮੈਨੂੰ ਕੁਝ ਵੀ ਬੁਰਾ ਨਹੀਂ ਸੀ ਕਹਿ ਰਹੀ ਤੇ ਨਾ ਹੀ ਉਸ ਨੂੰ ਲੱਗਿਆ, ਤੇ ਨਾ ਹੀ ਉਸਨੇ ਇਹ ਗੱਲ ਕਦੇ ਆਪਣੀ ਭੈਣ ਨੂੰ ਕਹੀ। ਇਵੇਂ ਹੀ ਕਈ ਦਿਨ ਲੰਘ ਗਏ, ਪਰ ਮੈਨੂੰ ਅੰਜਲੀ ਦੀਆਂ ਹਰਕਤਾਂ ਬਹੁਤ ਅਜੀਬ ਲੱਗਦੀਆਂ ਸਨ। ਉਹ ਹਮੇਸ਼ਾ ਹੀ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦੀ ਸੀ। ਉਸ ਨੂੰ ਜਦੋਂ ਵੀ ਮੈਨੂੰ ਟੱਚ ਕਰਨ ਦਾ ਮੌਕਾ ਮਿਲਦਾ ਉਹ ਆਨੇ ਬਹਾਨੇ ਮੈਨੂੰ ਟੱਚ ਕਰਦੀ ਰਹਿੰਦੀ, ਕਦੇ ਚਾਹ ਫੜਾਉਣ ਦੇ ਬਹਾਨੇ, ਕਦੇ ਰੋਟੀ ਦੇ। ਕਈ ਵਾਰ ਤਾਂ ਜਦੋਂ ਮੇਰਾ ਬੇਟਾ ਮੇਰੇ ਕੋਲ ਖੇਡ ਰਿਹਾ ਹੁੰਦਾ ਸੀ ਤਾਂ ਉਹ ਉਸ ਦੇ ਨਾਲ ਖੇਡਣ ਦੇ ਬਹਾਨੇ ਮੇਰੇ ਇੰਨਾ ਨੇੜੇ ਹੋ ਜਾਂਦੀ ਸੀ ਕਿ ਮੈਨੂੰ ਬਹੁਤ ਅਜੀਬ ਲੱਗਦਾ ਸੀ। ਮੈਨੂੰ ਇਹ ਸਭ ਕੁਝ ਕਰਨਾ ਠੀਕ ਨਹੀਂ ਸੀ ਲੱਗਦਾ, ਪਰ ਮੈਂ ਫਿਰ ਇਸ ਦੇ ਉੱਪਰ ਜ਼ਿਆਦਾ ਗੌਰ ਨਾ ਕਰੀ ਤੇ ਆਪਣੇ ਕੰਮ ਵਿੱਚ ਰੁੱਝ ਗਿਆ। ਫਿਰ ਇੱਕ ਦਿਨ ਮੇਰੀ ਪਤਨੀ ਨੂੰ ਮੇਰੇ ਬੇਟੇ ਨੂੰ ਇੰਜੈਕਸ਼ਨ ਲਗਾਉਣ ਲਈ ਹਸਪੀਟਲ ਲੈ ਕੇ ਜਾਣਾ ਸੀ। ਉਸ ਦਿਨ ਮੈਨੂੰ ਦਫ਼ਤਰ ਤੋਂ ਛੁੱਟੀ ਸੀ। ਮੈਂ ਉਸ ਦਿਨ ਥੋੜਾ ਲੇਟ ਹੀ ਉੱਠਿਆ ਤਾਂ ਮੈਨੂੰ ਨਾਲ ਲੱਗਦੇ ਕਮਰੇ ਵਿੱਚੋਂ ਮੇਰੀ ਪਤਨੀ ਤੇ ਮੇਰੀ ਸਾਲੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਸੁਣ ਰਹੀ ਸੀ। ਮੇਰੀ ਪਤਨੀ ਅੰਜਲੀ ਨੂੰ ਆਪਣੇ ਨਾਲ ਹਸਪਤਾਲ ਲਿਜਾਣਾ ਚਾਹੁੰਦੀ ਸੀ, ਪਰ ਉਹ ਕਹਿਣ ਲੱਗੀ ਕਿ ਦੀਦੀ ਮੇਰੇ ਤੋਂ ਬੱਚਿਆਂ ਦੇ ਇੰਜੈਕਸ਼ਨ ਲਗਾਉਂਦੇ ਦੇਖਿਆ ਨਹੀਂ ਜਾਂਦਾ। ਮੈਨੂੰ ਬਹੁਤ ਡਰ ਲੱਗਦਾ ਹੈ। ਮੈਂ ਅੱਜ ਤੁਹਾਡੇ ਨਾਲ ਨਹੀਂ ਜਾ ਸਕਦੀ। ਮੈਂ ਤੁਹਾਡੇ ਆਉਣ ਤੱਕ ਸਵੇਰ ਦਾ ਨਾਸ਼ਤਾ ਬਣਾ ਲਵਾਂਗੀ। ਤੁਸੀਂ ਇਕੱਲੇ ਹੀ ਹਸਪਤਾਲ ਜਾਓ ਜਾਂ ਤੁਸੀਂ ਜੀਜੂ ਨੂੰ ਨਾਲ ਲੈ ਜਾਓ। ਪਰ ਮੇਰੀ ਪਤਨੀ ਕਹਿੰਦੀ ਕਿ ਨਹੀਂ, ਮੈਂ ਇਕੱਲੀ ਹੀ ਆਟੋ ਤੇ ਚਲੀ ਜਾਵਾਂਗੀ, ਕਿਉਂਕਿ ਅੱਜ ਉਹਨਾਂ ਨੂੰ ਛੁੱਟੀ ਹੈ ਤੇ ਮੈਂ ਅੱਜ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੀ। ਬਸ ਘੰਟੇ ਦਾ ਹੀ ਕੰਮ ਹੈ, ਮੈਂ ਇੰਜੈਕਸ਼ਨ ਲਗਾ ਕੇ ਹੁਣੇ ਆ ਜਾਵਾਂਗੀ। ਫਿਰ ਮੇਰੀ ਪਤਨੀ ਮੇਰੇ ਬੇਟੇ ਨੂੰ ਲੈ ਕੇ ਹਸਪਤਾਲ ਚਲੀ ਗਈ। ਉਸ ਟਾਈਮ ਮੈਂ ਤੇ ਮੇਰੀ ਸਾਲੀ ਅਸੀਂ ਦੋਵੇਂ ਘਰ ਵਿੱਚ ਹੀ ਇਕੱਲੇ ਸੀ। ਮੈਂ ਆਪਣੇ ਕਮਰੇ ਵਿੱਚ ਬੈਠਾ ਟੀਵੀ ਦੇਖ ਰਿਹਾ ਸੀ ਤਾਂ ਮੇਰੀ ਸਾਲੀ ਅੰਜਲੀ ਮੇਰੇ ਲਈ ਚਾਹ ਬਣਾ ਕੇ ਲਿਆਈ ਤੇ ਮੇਰੇ ਕੋਲ ਹੀ ਬੈਠ ਗਈ ਤੇ ਕਹਿਣ ਲੱਗੀ ਕਿ ਜੀਜੂ ਮੇਰੇ ਸਿਰ ਤੇ ਹੱਥ ਲਗਾ ਕੇ ਦੇਖਿਓ ਕਿ ਮੈਨੂੰ ਬੁਖਾਰ ਹੈ ਕਿ ਨਹੀਂ। ਉਸਨੇ ਹਜੇ ਵੀ ਰਾਤ ਵਾਲੀ ਪਤਲੀ ਜਿਹੀ ਨਾਈਟੀ ਪਾਈ ਹੋਈ ਸੀ ਤੇ ਆਪਣੇ ਕੱਪੜੇ ਨਹੀਂ ਸੀ ਬਦਲੇ। ਉਸਦੀ ਨਾਈਟੀ ਇੰਨੀ ਪਤਲੀ ਸੀ ਕਿ ਸਰੀਰ ਉਸਦਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ। ਮੈਂ ਜਦੋਂ ਉਸਦੇ ਮੱਥੇ ਤੇ ਹੱਥ ਲਗਾਇਆ ਤਾਂ ਮੱਥਾ ਬਿਲਕੁਲ ਠੰਡਾ ਸੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਕੋਈ ਬੁਖਾਰ ਨਹੀਂ। ਜਦੋਂ ਮੈਂ ਉਸ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਥੋੜਾ ਜਿਹਾ ਹੱਸ ਕੇ ਕਹਿਣ ਲੱਗੀ ਕਿ ਜਿਹੜਾ ਬੁਖਾਰ ਮੈਨੂੰ ਹੈ ਉਹ ਤਾਂ ਤੁਸੀਂ ਚੈੱਕ ਹੀ ਨਹੀਂ ਕਰਦੇ, ਤੁਹਾਨੂੰ ਤਾਂ ਮੇਰਾ ਅਸਲੀ ਵਾਲਾ ਬੁਖਾਰ ਸ਼ਾਇਦ ਨਜ਼ਰ ਨਹੀਂ ਆਉਂਦਾ। ਉਸ ਦੀਆਂ ਇਹ ਗੋਲ-ਗੋਲ ਗੱਲਾਂ ਮੈਨੂੰ ਸਮਝ ਨਹੀਂ ਸੀ ਆਈ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਕੀ ਕਹਿ ਰਹੀ ਹੈ, ਮੈਨੂੰ ਤੇਰੀ ਕੋਈ ਸਮਝ ਨਹੀਂ ਆ ਰਹੀ। ਇੰਨੇ ਵਿੱਚ ਮੇਰੀ ਸਾਲੀ ਮੇਰੇ ਨੇੜੇ ਹੋਈ ਤੇ ਮੇਰੇ ਮੱਥੇ ਨੂੰ ਕਿਸ ਕਰ ਲਈ। ਮੈਂ ਤਾਂ 1 ਮਿੰਟ ਲਈ ਹੋਸ਼ ਖੋ ਗਿਆ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਸਾਲੀ ਅੰਜਲੀ ਇਸ ਹੱਦ ਤੱਕ ਵੀ ਜਾ ਸਕਦੀ ਹੈ। ਮੈਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਸਭ ਕੁਝ ਅੰਜਲੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਮੈਂ ਉਸ ਨੂੰ ਆਪਣੇ ਆਪ ਦੂਰ ਕੀਤਾ ਤੇ ਕਿਹਾ ਕਿ ਅੰਜਲੀ ਇਹ ਸਭ ਕੁਝ ਠੀਕ ਨਹੀਂ। ਆਪਣੇ ਰਿਸ਼ਤੇ ਦੀ ਇੱਕ ਮਰਿਆਦਾ ਹੈ ਤੇ ਤੂੰ ਉਹ ਮਰਿਆਦਾ ਲੰਘ ਰਹੀ ਹੈ। ਤੈਨੂੰ ਇਸ ਰਿਸ਼ਤੇ ਦੀ ਇੱਜ਼ਤ ਕਰਨੀ ਚਾਹੀਦੀ ਹੈ।
ਜੇ ਤੇਰੀ ਭੈਣ ਨੂੰ ਇਹ ਸਭ ਕੁਝ ਪਤਾ ਲੱਗ ਗਿਆ ਤਾਂ ਮੈਂ ਹਜੇ ਆਪਣੀ ਗੱਲ ਨੂੰ ਪੂਰਾ ਕਰਨ ਹੀ ਵਾਲਾ ਸੀ ਤਾਂ ਉਸਨੇ ਆਪਣੀ ਰਾਤ ਵਾਲੀ ਨਾਈਟੀ ਨੂੰ ਥੱਲੇ ਖਿੱਚ ਲਿਆ। ਮੈਂ ਤੇ ਮੇਰੇ ਸਾਹਮਣੇ ਉਸ ਹਾਲਤ ਵਿੱਚ ਖੜ ਗਈ ਜਿਵੇਂ ਉਹ ਬਾਥਰੂਮ ਵਿੱਚ ਸੀ। ਮੈਂ ਤਾਂ ਪਸੀਨੋ ਪਸੀਨੀ ਹੋ ਗਿਆ। ਉਸ ਨੂੰ ਇਸ ਤਰ੍ਹਾਂ ਆਪਣੇ ਸਾਹਮਣੇ ਖੜੀ ਦੇਖ ਕੇ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ, ਕਿਉਂਕਿ ਉਸ ਦਾ ਸੁੰਦਰ ਅਤੇ ਜਵਾਨ ਸਰੀਰ ਉਹ ਮੇਰੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਸੀ। ਉਹ ਜਵਾਨ ਤੇ ਬਹੁਤ ਸੋਹਣੀ ਸੀ ਕਿ ਮੈਂ ਤਾਂ ਉਸ ਨੂੰ ਦੇਖਦਾ ਹੀ ਰਹਿ ਗਿਆ। ਫਿਰ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਜੀਜੂ, ਇਸ ਵਿੱਚ ਗਲਤ ਕੀ ਹੈ? ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਕਿਉਂ ਘਬਰਾ ਰਹੇ ਹੋ? ਜਦੋਂ ਮੈਨੂੰ ਹੀ ਦਿੱਕਤ ਨਹੀਂ ਤਾਂ ਤੁਹਾਨੂੰ ਕੀ ਦਿੱਕਤ ਹੈ? ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਪਾ ਸਕਿਆ ਤੇ ਆਪਣਾ ਹੋਸ਼ ਖੋ ਬੈਠਾ। ਮੈਂ ਉਸਦੇ ਕਰੀਬ ਚਲਾ ਗਿਆ। ਜਦੋਂ ਮੈਂ ਉਸਦੇ ਸਰੀਰ ਨੂੰ ਹੱਥ ਲਗਾਇਆ ਤਾਂ ਸਾਹਮਣੇ ਮੇਰੀ ਪਤਨੀ ਤੇ ਮੇਰੇ ਬੇਟੇ ਦੀ ਫੋਟੋ ਸੀ। ਮੈਂ ਉਹਨਾਂ ਦੀ ਫੋਟੋ ਦੇਖ ਕੇ ਵਾਪਸ ਆਪਣੇ ਹੋਸ਼ ਵਿੱਚ ਆ ਗਿਆ। ਮੇਰਾ ਦਿਲ ਨਹੀਂ ਸੀ ਮੰਨ ਰਿਹਾ ਕਿ ਮੈਂ ਉਸਦੇ ਨਾਲ ਇਹ ਸਭ ਕੁਝ ਕਰਾਂ। ਮੈਂ ਆਪਣੀ ਪਤਨੀ ਤੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ ਤੇ ਮੈਂ ਉਹਨਾਂ ਨੂੰ ਧੋਖਾ ਨਹੀਂ ਸੀ ਦੇ ਸਕਦਾ। ਤਾਂ ਮੈਂ ਅੰਜਲੀ ਨੂੰ ਧੱਕਾ ਦੇ ਕੇ ਉਸ ਨੂੰ ਪਿੱਛੇ ਕਰ ਦਿੱਤਾ ਤੇ ਆਪਣੇ ਆਪ ਤੋਂ ਦੂਰ ਕਰ ਦਿੱਤਾ। ਪਰ ਅੰਜਲੀ ਦੇ ਸਿਰ ਤੇ ਤਾਂ ਹਜੇ ਵੀ ਉਹੀ ਭੂਤ ਸਵਾਰ ਸੀ। ਉਹ ਮੇਰੇ ਫਿਰ ਨੇੜੇ ਹੋਣ ਲੱਗੀ ਤਾਂ ਮੈਂ ਉਸਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਜਦੋਂ ਮੈਂ ਥੱਪੜ ਮਾਰਿਆ ਤਾਂ ਗੁੱਸੇ ਵਿੱਚ ਸੀ ਤੇ ਮੇਰੇ ਕਮਰੇ ਤੋਂ ਬਾਹਰ ਚਲੀ ਗਈ। ਕੁਝ ਟਾਈਮ ਬਾਅਦ ਜਦੋਂ ਮੇਰੀ ਪਤਨੀ ਘਰ ਵਾਪਸ ਆਈ ਤਾਂ ਮੇਰੀ ਸਾਲੀ ਨੇ ਜੋ ਕੀਤਾ ਉਹ ਸਭ ਕੁਝ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੈਨੂੰ ਤਾਂ ਉਮੀਦ ਨਹੀਂ ਸੀ ਕਿ ਅੰਜਲੀ ਇਸ ਹੱਦ ਤੱਕ ਵੀ ਜਾ ਸਕਦੀ ਹੈ। ਤਾਂ ਮੇਰੀ ਸਾਲੀ ਨੇ ਪਹਿਲਾਂ ਹੀ ਆਪਣੇ ਕੱਪੜੇ ਪਾੜ ਲਏ ਤੇ ਕਹਿਣ ਲੱਗੀ ਕਿ ਜੀਜੂ ਮੇਰੇ ਨਾਲ ਜ਼ਬਰਦਸਤੀ ਕਰਦਾ ਸੀ ਤੇ ਉੱਚੀ ਉੱਚੀ ਰੋਣ ਲੱਗੀ। ਮੇਰੀ ਪਤਨੀ ਮੇਰੀ ਗੱਲ ਸੁਣੇ ਬਿਨਾਂ ਹੀ ਮੇਰੇ ਤੇ ਮੈਨੂੰ ਲੜਨ ਲੱਗੀ। ਜਦੋਂ ਮੈਂ ਉਸ ਨੂੰ ਕਿਹਾ ਕਿ ਇਹ ਸਭ ਕੁਝ ਝੂਠ ਕਹਿ ਰਹੀ ਹੈ, ਇਹ ਸਭ ਕੁਝ ਇਸ ਦੀ ਸਾਜ਼ਿਸ਼ ਹੈ, ਉਹ ਆਪ ਹੀ ਮੇਰੇ ਨੇੜੇ ਆਉਣਾ ਚਾਹੁੰਦੀ ਸੀ। ਮੈਂ ਤਾਂ ਇਸ ਨੂੰ ਰੋਕਿਆ ਸੀ ਤੇ ਇਸ ਦੇ ਮੂੰਹ ਤੇ ਥੱਪੜ ਵੀ ਮਾਰਿਆ ਸੀ। ਇਸ ਨੂੰ ਮੇਰੀ ਗੱਲ ਦਾ ਗੁੱਸਾ ਆਇਆ ਤਾਂ ਇਸ ਨੇ ਫਿਰ ਮੇਰੇ ਕਮਰੇ ਤੋਂ ਬਾਹਰ ਆ ਗਈ ਤੇ ਫਿਰ ਇਹ ਸਭ ਕੁਝ ਆਪਣੇ ਕੱਪੜੇ ਇਹਨੇ ਜਾਣਬੁੱਝ ਕੇ ਪਾੜੇ ਹਨ। ਪਰ ਮੇਰੀ ਪਤਨੀ ਨੇ ਮੇਰੀ ਇੱਕ ਵੀ ਗੱਲ ਨਾ ਸੁਣੀ। ਉਲਟਿਆ ਉਹ ਮੇਰੇ ਨਾਲ ਹੀ ਲੜਨ ਲੱਗੀ ਤੇ ਮੇਰੀ ਘਰਵਾਲੀ ਮੇਰੀ ਪੂਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਉਹ ਵੀ ਲਗਾਤਾਰ ਰੋ ਰਹੀ ਸੀ। ਫਿਰ ਇੱਕਦਮ ਮੇਰੇ ਦਿਮਾਗ ਵਿੱਚ ਯਾਦ ਆਇਆ ਕਿ ਪਿਛਲੇ ਮਹੀਨੇ ਸਾਡੇ ਘਰ ਵਿੱਚ ਚੋਰੀ ਹੋਈ ਸੀ ਤਾਂ ਅਸੀਂ ਉਸ ਤੋਂ ਬਾਅਦ ਹਿਡਨ ਕੈਮਰੇ ਲਗਵਾਏ ਸਨ। ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਉਹ ਹਿਡਨ ਕੈਮਰਿਆਂ ਦੀਆਂ ਤਸਵੀਰਾਂ ਚੈੱਕ ਕਰਨ ਨੂੰ ਕਿਹਾ ਤੇ ਜਦੋਂ ਮੈਂ ਉਹਨਾਂ ਕੈਮਰਿਆਂ ਨੂੰ ਬੈਕ ਕਰਿਆ ਤੇ ਕੁਝ ਫੁਟੇਜ ਤਸਵੀਰਾਂ ਸਾਹਮਣੇ ਆਈਆਂ ਤਾਂ ਜੋ ਤਸਵੀਰਾਂ ਮੇਰੀ ਪਤਨੀ ਨੇ ਦੇਖੀਆਂ ਉਹਨਾਂ ਤੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਅੰਜਲੀ ਮੇਰੇ ਨਾਲ ਆਪ ਹੀ ਸੰਬੰਧ ਬਣਾਉਣਾ ਚਾਹੁੰਦੀ ਸੀ। ਮੇਰੀ ਪਤਨੀ ਨੂੰ ਹੁਣ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਤੇ ਹੁਣ ਉਹ ਮੇਰੀਆਂ ਗੱਲਾਂ ਤੇ ਵੀ ਵਿਸ਼ਵਾਸ ਕਰ ਰਹੀ ਸੀ ਤੇ ਉਸਨੇ ਜਦੋਂ ਹੀ ਉਹਨਾਂ ਤਸਵੀਰਾਂ ਨੂੰ ਦੇਖਿਆ ਤਾਂ ਉਸਨੇ ਅੰਜਲੀ ਨੂੰ ਬਹੁਤ ਝਿੜਕਿਆ ਤੇ ਉਹ ਉਸ ਨੂੰ ਓਨੀ ਪੈਰੀ ਆਪਣੇ ਪੇਕੇ ਵਾਪਸ ਛੱਡ ਆਈ। ਜੇ ਸਾਡੇ ਘਰ ਵਿੱਚ ਉਹ ਕੈਮਰੇ ਨਾ ਹੁੰਦੇ ਤਾਂ ਸਾਡਾ ਅੱਜ ਰਿਸ਼ਤਾ ਟੁੱਟ ਜਾਣਾ ਸੀ ਤੇ ਮੇਰਾ ਵਸਿਆ ਵਸਾਇਆ ਘਰ ਉੱਜੜ ਜਾਣਾ ਸੀ। ਇਸ ਕਰਕੇ ਸਿਆਣੇ ਸਹੀ ਕਹਿੰਦੇ ਹਨ ਕਿ ਜੋ ਕੁਝ ਦਿਖਾਈ ਦਿੰਦਾ ਹੈ ਕਈ ਵਾਰ ਉਹ ਸਭ ਕੁਝ ਝੂਠ ਹੁੰਦਾ ਹੈ। ਇਸ ਕਰਕੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਦੀ ਸੱਚਾਈ ਜਾਣਨੀ ਜ਼ਰੂਰੀ ਹੁੰਦੀ ਹੈ। ਸਹੀ ਫੈਸਲਾ ਸੱਚ ਜਾਣਨ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ। ਅੱਧਾ ਸੱਚ ਘਰ ਬਰਬਾਦ ਕਰ ਦਿੰਦਾ ਹੈ। ਇਹ ਕਹਾਣੀ ਤੋਂ ਸਾਨੂੰ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਹਮੇਸ਼ਾ ਆਪਣੇ ਜੀਵਨ ਸਾਥੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਅਧੂਰੀ ਸੱਚਾਈ ਤੁਹਾਡਾ ਘਰ ਬਰਬਾਦ ਕਰ ਦੇਵੇਗੀ, ਕਿਸੇ ਦੂਜੇ ਦਾ ਕੁਝ ਨਹੀਂ ਜਾਣਾ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਹਾਣੀਆਂ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਨਾ ਨਾ ਭੁੱਲਣਾ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।